ਹੈਲੋ ਸਟੂਡੈਂਟਸ, ਸਵਾਗਤ ਕਰਦੀ ਹਾਂ ਤੁਹਾਡਾ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ। ਜਿਵੇਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀਗਾ ਪਾਰਲੀਮੈਂਟ ਦੇ ਬਾਰੇ ਵਿੱਚ, ਸੰਸਦੀ ਪ੍ਰਣਾਲੀ ਯਾਨੀ ਕਿ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਇਹਦੇ ਵਿੱਚ ਤਿੰਨ ਇਹਦੇ ਮੁੱਖ ਅੰਗ ਹੁੰਦੇ ਹੈਗੇ: ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਵਿਧਾਨ ਪਾਲਿਕਾ ਜਿਹੜੀ ਹੈ ਇਹਦੇ ਵਿੱਚ ਆ ਜਾਂਦੇ ਹੈਗੇ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਜੀ ਆ ਜਾਂਦੇ ਆ, ਅਤੇ ਰਾਸ਼ਟਰਪਤੀ ਦੇ ਸਿਗਨੇਚਰ ਹੋ ਕੇ ਹੀ ਕੋਈ ਬਿੱਲ ਪਾਸ ਹੁੰਦਾ, ਕੋਈ ਵੀ ਵਿਧਾਨ ਬਣਦਾ ਹੈਗਾ। ਫਿਰ ਕਾਰਜਪਾਲਿਕਾ ਹੁੰਦੀ ਹੈ, ਇਹਦੇ ਵਿੱਚ ਪੁਲਿਸ ਆ ਜਾਂਦੀ ਆ, ਠੀਕ ਹੈ ਜੀ, ਅਤੇ ਇਹਦੇ ਵਿੱਚ ਮੰਤਰੀ ਮੰਡਲ ਆ ਜਾਂਦੇ ਹੈਗੇ ਜੋ ਕਿ ਅਤੇ ਬਿਊਰੋਕਰੇਸੀ ਆ ਜਾਂਦੀ ਹੈ ਜੋ ਕਿ ਨੀਤੀਆਂ ਨੂੰ, ਜੋ ਵੀ ਉਹਨਾਂ ਦੇ ਦੁਆਰਾ ਨੀਤੀਆਂ ਬਣਾਈਆਂ ਗਈਆਂ ਹੁੰਦੀਆਂ ਉਹਨਾਂ ਨੂੰ ਲਾਗੂ ਕਰਦੇ ਆ। ਨਿਆਂਪਾਲਿਕਾ ਜਿਹੜੀ ਹੈ ਕਿ ਇਹ ਨਿਆਂ ਦਾ ਕੰਮ ਕਰਦੀ ਹੈ, ਵੀ ਲੋਕਾਂ ਨੂੰ ਨਿਆਂ ਮਿਲੇ, ਤਾਂ ਇਹਨੂੰ ਅਸੀਂ ਨਿਆਂਪਾਲਿਕਾ ਕਹਿੰਦੇ ਹਾਂ, ਜੁਡੀਸ਼ਰੀ ਕਹਿੰਦੇ ਹਾਂ, ਠੀਕ ਹੈ ਜੀ। ਐਗਜ਼ੀਕਿਊਟਿਵ, ਲੈਜਿਸਲੇਟਰ ਅਤੇ ਜੁਡੀਸ਼ਰੀ, ਤਾਂ ਇਹਦੇ ਤਿੰਨ ਮੁੱਖ ਅੰਗ ਹੁੰਦੇ ਹੈਗੇ। ਅਸੀਂ ਪਿਛਲੇ ਲੈਕਚਰ ਦੇ ਵਿੱਚ ਇਹਨਾਂ ਦੇ ਬਾਰੇ ਪੜ੍ਹਿਆ ਸੀਗਾ, ਅਤੇ ਅਸੀਂ ਇਹਦੇ ਬਾਰੇ ਪੜ੍ਹਿਆ ਸੀ ਭਾਰਤ ਦੀ ਜਿਹੜੀ ਸੰਸਦੀ ਪ੍ਰਣਾਲੀ ਹੈ ਇਹਦੀਆਂ ਵਿਸ਼ੇਸ਼ਤਾਵਾਂ। ਤਾਂ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਅਗਲੀ ਵਿਸ਼ੇਸ਼ਤਾ ਹੈਗੀ ਹੈ ਜੀ ਕਾਰਜਪਾਲਿਕਾ ਦੀ ਸਮੂਹਿਕ ਜ਼ਿੰਮੇਵਾਰੀ, ਕਲੈਕਟਿਵ ਰਿਸਪੋਂਸੀਬਿਲਿਟੀ ਆਫ ਐਗਜ਼ੀਕਿਊਟਿਵ। ਤਾਂ ਸੰਸਦੀ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਕਾਰਜਪਾਲਿਕਾ ਵਿਧਾਨ ਮੰਡਲ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਜਦੋਂ ਮੰਤਰੀ ਮੰਡਲ ਕਿਸੇ ਵਿਭਾਗ ਦੇ ਸੰਬੰਧੀ ਕੋਈ ਨੀਤੀ ਨਿਸ਼ਚਿਤ ਕਰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਕੇਵਲ ਸੰਬੰਧਿਤ ਮੰਤਰੀ ਦੇ ਸਿਰ 'ਤੇ ਨਹੀਂ ਹੁੰਦੀ, ਸਗੋਂ ਸਮੁੱਚਾ ਮੰਤਰੀ ਮੰਡਲ ਉਹਦੇ ਲਈ ਜ਼ਿੰਮੇਵਾਰ ਹੁੰਦਾ ਹੈ। ਜੇਕਰ ਸੰਸਦ ਦੇ ਵਿੱਚ ਕਿਸੇ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰ ਦੇਵੇ ਤਾਂ ਸਮੁੱਚੇ ਮੰਤਰੀ ਮੰਡਲ ਨੂੰ ਤਿਆਗ ਪੱਤਰ ਦੇਣਾ ਪੈਂਦਾ। ਤਾਂ ਜਿਹੜੀ ਭਾਰਤੀ ਸ਼ਾਸਨ ਪ੍ਰਣਾਲੀ ਆ, ਇਹਦੇ ਵਿੱਚ ਸੰਸਦੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਿਹੜੀਆਂ ਸਪਸ਼ਟ ਰੂਪ ਦੇ ਵਿੱਚ ਮਿਲਦੀਆਂ ਨੇ, ਕਿਉਂਕਿ ਸੰਵਿਧਾਨ ਦੇ ਅਨੁਛੇਦ 75 ਦੀ 3 ਕਲੌਜ਼ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਕਿ ਭਾਰਤੀ ਮੰਤਰੀ ਮੰਡਲ ਸਮੂਹਿਕ ਰੂਪ ਦੇ ਵਿੱਚ ਲੋਕ ਸਭਾ ਨੂੰ ਉੱਤਰਦਾਈ ਹੈ, ਠੀਕ ਹੈ ਜੀ। ਫਿਰ ਹੈ ਮੰਤਰੀਆਂ ਦੀ ਵਿਅਕਤੀਗਤ ਜ਼ਿੰਮੇਵਾਰੀ, ਇੰਡੀਵਿਜੂਅਲ ਰਿਸਪੋਂਸੀਬਿਲਿਟੀ ਆਫ ਮਿਨਿਸਟਰਸ। ਤਾਂ ਮੰਤਰੀ ਜਿਹੜੇ ਹੈ ਸੰਸਦੀ ਪ੍ਰਣਾਲੀ ਦੇ ਵਿੱਚ ਜਿੱਥੇ ਮੰਤਰੀ ਪਰਿਸ਼ਦ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਉੱਥੇ ਮੰਤਰੀਆਂ ਦੀ ਵਿਅਕਤੀਗਤ ਜ਼ਿੰਮੇਵਾਰੀ ਵੀ ਹੁੰਦੀ ਹੈ। ਹਰੇਕ ਕੈਬਨਿਟ ਮੰਤਰੀ ਕਿਸੇ ਨਾ ਕਿਸੇ ਵਿਭਾਗ ਦਾ ਮੁਖੀ ਜ਼ਰੂਰ ਹੁੰਦਾ ਹੈ, ਅਤੇ ਉਸ ਵਿਭਾਗ ਦੇ ਚੰਗੇ ਸ਼ਾਸਨ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਉਸ ਮੰਤਰੀ ਦੀ ਹੀ ਹੁੰਦੀ ਹੈ। ਤਾਂ ਜਿਹੜਾ ਉਹ ਮੰਤਰੀ ਹੈ ਆਪਣੇ ਵਿਭਾਗ ਦੇ ਗਲਤ ਕੰਮਾਂ ਜਾਂ ਨੀਤੀਆਂ ਦੇ ਲਈ ਅਧਿਕਾਰੀਆਂ ਨੂੰ ਜਾਂ ਕਿਸੇ ਦੂਜੇ ਮੰਤਰਾਲੇ ਨੂੰ ਜਿਹੜੀ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ, ਅਤੇ ਆਪਣੇ ਵਿਭਾਗ ਦੇ ਕੰਮਾਂ ਦੀ ਜ਼ਿੰਮੇਵਾਰੀ ਵਿਭਾਗ ਦੇ ਮੰਤਰੀ ਦੀ ਹੀ ਹੁੰਦੀ ਹੈ। ਅਤੇ ਕਿਸੇ ਗਲਤ ਕੰਮ ਦੇ ਕਾਰਨ ਪ੍ਰਧਾਨ ਮੰਤਰੀ ਉਸ ਕੋਲੋਂ ਤਿਆਗ ਪੱਤਰ ਦੀ ਮੰਗ ਵੀ ਕਰ ਸਕਦਾ, ਅਤੇ ਉਹਨੂੰ ਆਪਣਾ ਜਿਹੜਾ ਪਦ ਹੈ ਉਹਨੂੰ ਤਿਆਗਣਾ ਵੀ ਪੈ ਸਕਦਾ ਜੇਕਰ ਉਹ ਜ਼ਿੰਮੇਵਾਰੀ ਨੂੰ ਸਹੀ ਤਰ੍ਹਾਂ ਨਹੀਂ ਨਿਭਾਉਂਦਾ ਹੈਗਾ। ਫਿਰ ਹੈ ਪ੍ਰਧਾਨ ਮੰਤਰੀ ਦੀ ਅਗਵਾਈ, ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ। ਤਾਂ ਭਾਰਤੀ ਮੰਤਰੀ ਮੰਡਲ ਦਾ ਨੇਤਾ ਪ੍ਰਧਾਨ ਮੰਤਰੀ ਹੀ ਹੁੰਦਾ, ਅਤੇ ਸਾਰੇ ਮੰਤਰੀ ਉਸਦੀ ਅਗਵਾਈ ਦੇ ਹੇਠ ਕੰਮ ਕਰਦੇ ਆ, ਅਤੇ ਮੰਤਰੀ ਮੰਡਲ ਦੀਆਂ ਬੈਠਕਾਂ ਵੀ ਪ੍ਰਧਾਨ ਮੰਤਰੀ ਹੀ ਕਰਦਾ। ਸਾਰੀਆਂ ਜਿਹੜੀਆਂ ਮੰਤਰੀ ਮੰਡਲ ਦੀਆਂ ਬੈਠਕਾਂ ਹੁੰਦੀਆਂ ਨੇ, ਅਤੇ ਦੂਸਰੇ ਮੰਤਰੀਆਂ ਦੀ ਨਿਯੁਕਤੀ ਜਾਂ ਪਦਵੀ ਤੋਂ ਹਟਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਦੀ ਸਿਫਾਰਿਸ਼ 'ਤੇ ਹੀ ਕੀਤਾ ਜਾਂਦਾ ਹੈਗਾ। ਤਾਂ ਹਰੇਕ ਮੰਤਰੀ ਨੂੰ ਆਪਣਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਇਹ ਸਹੁੰ ਚੁੱਕਣੀ ਪੈਂਦੀ ਆ ਕਿ ਮੰਤਰੀ ਮੰਡਲ ਦੀ ਸਾਰੀ ਕਾਰਵਾਈ ਨੂੰ ਗੁਪਤ ਰੱਖੂਗਾ। ਜੇਕਰ ਕੋਈ ਮੰਤਰੀ ਇਸ ਸਹੁੰ ਦੀ ਉਲੰਘਣਾ ਕਰੇ ਤਾਂ ਉਹਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ, ਅਤੇ ਪ੍ਰਧਾਨ ਮੰਤਰੀ ਉਹਦੇ ਕੋਲ ਤਿਆਗ ਪੱਤਰ ਵੀ ਲੈ ਸਕਦਾ ਹੈਗਾ। ਫਿਰ ਹੈ ਰਾਜਨੀਤਿਕ ਇਕਰੂਪਤਾ। ਤਾਂ ਉਸ ਤੋਂ ਬਾਅਦ ਹੈ ਸੰਸਦੀ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਸਿਧਾਂਤ ਇਹ ਵੀ ਹੈ ਕਿ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੇ ਵਿੱਚ ਰਾਜਨੀਤਿਕ ਇਕਰੂਪਤਾ ਹੁੰਦੀ ਹੈ, ਅਤੇ ਇਸ ਦਾ ਅਰਥ ਇਹ ਹੈ ਕਿ ਮੰਤਰੀ ਪਰਿਸ਼ਦ ਦੇ ਜਿਹੜੇ ਸਾਰੇ ਮੈਂਬਰ ਨੇਗੇ ਉਹ ਇੱਕ ਹੀ ਰਾਜਨੀਤਿਕ ਦਲ ਦੇ ਨਾਲ ਸੰਬੰਧਿਤ ਹੁੰਦੇ ਆ, ਅਤੇ ਅਜਿਹਾ ਹੋਣ ਦੇ ਕਾਰਨ ਰਾਜਨੀਤਿਕ ਵਿਚਾਰਾਂ ਦੇ ਵਿੱਚ ਇਕਰੂਪਤਾ ਦਾ ਹੋਣਾ ਸੁਭਾਵਿਕ ਹੁੰਦਾ ਹੈਗਾ। ਤਾਂ ਸੁਤੰਤਰ ਭਾਰਤ ਦੇ ਇਤਿਹਾਸ ਦੇ ਵਿੱਚ ਜਦੋਂ ਕਦੇ ਵੀ ਇਕੱਲੇ ਕਾਂਗਰਸ ਦਲ ਦੀਆਂ ਸਰਕਾਰਾਂ ਬਣੀਆਂ ਤਾਂ ਉਹਨਾਂ ਦੇ ਵਿੱਚ ਰਾਜਨੀਤਿਕ ਇਕਰੂਪਤਾ ਜ਼ਰੂਰ ਹੁੰਦੀ ਸੀ। ਜੇਕਰ ਮੰਤਰੀ ਮੰਡਲ ਦੇ ਸਾਰੇ ਮੈਂਬਰ ਕਾਂਗਰਸ ਦੇ ਨਾਲ ਸੰਬੰਧਿਤ ਹੁੰਦੇ ਸੀ, ਪਰ 1999 ਮਗਰੋਂ ਜਦੋਂ ਵੀ ਮਿਲੀਆਂ ਜੁਲੀਆਂ ਸਰਕਾਰਾਂ ਯਾਨੀ ਕਿ ਕੋਲੇਸ਼ਨ ਗਵਰਨਮੈਂਟ ਜਾਂ ਗਠਬੰਧਨਮਈ ਸਰਕਾਰਾਂ ਬਣੀਆਂ, ਤਾਂ ਉਹਨਾਂ ਦੇ ਵਿੱਚ ਕਦੇ ਵੀ ਰਾਜਨੀਤਿਕ ਇਕਰੂਪਤਾ ਨਹੀਂ ਹੁੰਦੀ ਸੀ, ਕਿਉਂਕਿ ਇਹੋ ਜਿਹੀਆਂ ਸਰਕਾਰਾਂ ਦੇ ਮੰਤਰੀ ਮੰਡਲਾਂ ਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਰਾਜਨੀਤਿਕ ਦਲਾਂ ਦੇ ਪ੍ਰਤੀਨਿਧ ਸ਼ਾਮਲ ਹੁੰਦੇ ਸੀਗੇ। ਫਿਰ ਹੈ ਜੀ ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ, ਲੀਗਲ ਰਿਕਗਨਾਈਜੇਸ਼ਨ ਆਫ ਓਪੋਜੀਸ਼ਨ।
ਤਾਂ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਵਿਰੋਧੀ ਦਲ ਦੀ ਹੋਂਦ ਸੰਸਦੀ ਸ਼ਾਸਨ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈਗੀ। ਅਤੇ 1977 ਤੋਂ ਪਹਿਲਾਂ ਭਾਰਤ ਦੇ ਵਿੱਚ ਵਿਰੋਧੀ ਦਲ ਦੀ ਸਰਕਾਰੀ ਤੌਰ 'ਤੇ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ ਸੀ। ਅਤੇ 1977 ਦੇ ਵਿੱਚ ਕੇਂਦਰ 'ਤੇ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਕੰਮ ਕਰ ਰਹੀ ਸੀ। ਤਾਂ ਜਨਤਾ ਪਾਰਟੀ ਦੀ ਸਰਕਾਰ ਨੇ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ, ਜਿਹਦੇ ਅਧੀਨ ਭਾਰਤੀ ਸੰਸਦ ਨੂੰ ਦੋਹਾਂ ਸਦਨਾਂ ਦੇ ਵਿੱਚ ਵਿਰੋਧੀ ਦਲ ਦੀ ਸਰਕਾਰ ਨੂੰ ਜਿਹੜੀ ਮਾਨਤਾ ਦੇਣ ਦੀ ਵਿਵਸਥਾ ਸੀਗੀ। ਅਤੇ ਇਸ ਕਾਨੂੰਨ ਦੇ ਅਧੀਨ ਉਸ ਰਾਜਨੀਤਿਕ ਦਲ ਨੂੰ ਵਿਰੋਧੀ ਦਲ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀਗੀ। ਅਤੇ ਜਿਸ ਵਿਰੋਧੀ ਦਲ ਨੂੰ ਲੋਕਾਂ ਅਤੇ ਰਾਜ ਸਭਾ ਦੇ ਵੱਖ-ਵੱਖ ਤੌਰ 'ਤੇ ਮਤਲਬ ਵੱਧ ਤੋਂ ਵੱਧ ਸਥਾਨ ਪ੍ਰਾਪਤ ਹੋਣ ਅਤੇ ਵਿਰੋਧੀ ਦਲ ਦੇ ਰੂਪ ਦੇ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਕਰਨ ਦੇ ਲਈ ਇੱਕ ਰਾਜਨੀਤਿਕ ਦਲ ਦੇ ਲਈ ਸੰਬੰਧਿਤ ਜਿਹੜੇ ਸਦਨ ਦੀਆਂ ਕੁੱਲ ਸਥਾਨਾਂ ਦੇ ਵਿੱਚੋਂ 10ਵਾਂ ਜਿਹੜਾ ਇਹ ਭਾਗ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ। ਅਤੇ ਅਪ੍ਰੈਲ-ਮਈ 2014 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਅਤੇ 16ਵੀਆਂ ਲੋਕ ਸਭਾ ਚੋਣਾਂ ਹੋਈਆਂ ਸੀ, ਤਾਂ ਉਸ ਸਮੇਂ ਵਿਰੋਧੀ ਰਾਜਨੀਤਿਕ ਦਲ ਨੂੰ ਸਰਕਾਰੀ ਤੌਰ 'ਤੇ ਵਿਰੋਧੀ ਦਲ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਨਹੀਂ ਹੋਈ ਸੀ, ਕਿਉਂਕਿ ਕਿਸੇ ਵੀ ਵਿਰੋਧੀ ਦਲ ਨੂੰ ਲੋਕ ਸਭਾ ਦੇ ਕੁੱਲ ਮੈਂਬਰਾਂ ਦਾ 1/10 ਭਾਗ ਪ੍ਰਾਪਤ ਨਹੀਂ ਹੋਇਆ ਸੀਗਾ। ਤਾਂ ਕਰਕੇ ਇਹਨੂੰ ਵਿਰੋਧੀ ਦਲ ਦੀ ਮਾਨਤਾ ਪ੍ਰਾਪਤ ਕਿਸੇ ਵੀ ਦਲ ਨੂੰ ਨਹੀਂ ਹੋਈ ਸੀ। ਫਿਰ ਹੈ ਜੀ ਪ੍ਰਤੀਨਿਧੀ ਸਦਨ ਨੂੰ ਭੰਗ ਕਰਨ ਦੀ ਵਿਵਸਥਾ। provision to dissolve the representative chamber। ਤਾਂ ਸੰਸਦੀ ਪ੍ਰਣਾਲੀ ਦੇ ਵਿੱਚ ਪ੍ਰਤੀਨਿਧੀ ਸਦਨ ਨੂੰ ਉਸਦੇ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ ਹੁੰਦੀ ਹੈ। ਅਤੇ ਭਾਰਤੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ਅਤੇ ਰਾਸ਼ਟਰਪਤੀ ਆਪਣੀ ਇਸ ਸ਼ਕਤੀ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ ਦੇ ਅਨੁਸਾਰ ਹੀ ਕਰਦਾ ਹੈ, ਕਿਉਂਕਿ ਰਾਸ਼ਟਰਪਤੀ ਨੂੰ ਇਹ ਆਜ਼ਾਦੀ ਨਹੀਂ ਹੈਗੀ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਕੰਮ ਕਰ ਸਕੇ। ਤਾਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਹੋਈ ਹੈ ਕਿ ਰਾਸ਼ਟਰਪਤੀ ਕੋਈ ਵੀ ਕੰਮ ਕਰੂਗਾ ਤਾਂ ਮੰਤਰੀ ਪਰਿਸ਼ਦ ਦੀ ਸਲਾਹ ਜਿਹੜੀ ਆ ਉਹ ਲੈਣੀ ਪਊਗੀ। ਤਾਂ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਅਤੇ ਭਾਰਤੀ ਸੰਵਿਧਾਨ ਦੇ ਵਿੱਚ ਹੀ ਜਿਹੜੀ ਭਾਰਤੀ ਸੰਘ ਦੇ ਰਾਜਾਂ ਦੇ ਲਈ ਸੰਸਦੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਰਾਜਾਂ ਦੇ ਵਿੱਚ ਰਾਜਪਾਲ ਨਾਮਾਤਰ ਕਾਰਜਪਾਲ ਮੁਖੀ ਹੁੰਦਾ ਅਤੇ ਮੰਤਰੀ ਪਰਿਸ਼ਦ ਅਸਲੀ ਕਾਰਜਪਾਲਕ ਆ। ਤਾਂ ਮੰਤਰੀ ਪਰਿਸ਼ਦ ਸਮੂਹਿਕ ਤੌਰ 'ਤੇ ਰਾਜ ਵਿਧਾਨ ਮੰਡਲ ਦੇ ਹੇਠਲੇ ਸਦਨ ਯਾਨੀ ਕਿ ਵਿਧਾਨ ਸਭਾ ਨੂੰ ਉੱਤਰਦਾਈ ਹੈ। ਠੀਕ ਹੈ ਜੀ। ਤਾਂ ਕਰਕੇ ਇਸ ਤਰ੍ਹਾਂ ਜਿਹੜਾ ਭਾਰਤ ਹੈਗਾ ਉਹਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਾਂ ਦੇ ਵਿੱਚ ਜਿਹੜੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਗ੍ਰਹਿਣ ਕੀਤੀ ਗਈ ਹੈ। ਆਈ ਹੋਪ ਤੁਹਾਨੂੰ ਸੰਸਦੀ ਸ਼ਾਸਨ ਪ੍ਰਣਾਲੀ ਯਾਨੀ ਕਿ ਇੰਡੀਅਨ ਪਾਰਲੀਮੈਂਟ ਦੇ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ, ਮੈਂ ਉਮੀਦ ਕਰਦੀ ਹਾਂ। ਸੋ ਥੈਂਕ ਯੂ।